ਤੇ ਤਕਰੀਬਨ ਇਹਨੂੰ ਸਾਲ ਦੇ ਤੁਸੀਂ ਅਗਰ ਡਿਵਾਈਡ ਕਰੋ ਤੇ 65000 ਰੁਪਇਆ ਬਣਨਾ ਮਹੀਨੇ ਦਾ। ਅੱਛਾ ਤੇ ਲਾਇਆ ਕੀ ਤੁਸੀਂ 50000 ਤੇ ਮਹੀਨੇ ਦਾ 65000 ਕਮਾ ਰਹੇ ਹੋ। ਵਾਹ ਜੀ ਇੰਜ ਦਾ ਕੋਈ ਕੰਮ ਤੇ ਦੱਸੋ ਜੋ ਕੋਈ ਹੈ ਤੇ ਕੋਈ ਕੰਮ ਨਹੀਂ ਹੈ ਪਾਰਟ ਟਾਈਮ ਫਿਰ ਕੋਈ ਖਪਤ ਨਹੀਂ ਹੈ ਕੋਈ ਗੱਲ ਨਹੀਂ ਭਾਈ। ਕਮਰਸ਼ੀਅਲ ਨੇ ਜਿਹੜੇ ਬਲਦ ਨੇ ਮੇਰੇ ਕੋਲ ਮੋਟੇਸ਼ਨ ਦੇ ਵਿੱਚ ਅਲਹਮਦੁਲਿਲਾ ਤਕਰੀਬਨ ਕੋਈ 40 ਕੁ ਪੇਅਰ ਹੋਣੇ। ਪੇਲ ਫੈਲੋ ਸਪਲਿਟ ਪਾਰਬਿਲੂ ਹੈ, ਮੇਲ ਹੈ ਤੇ ਫੀਮੇਲ ਜਿਹੜੀ ਹੈ ਪਾਰਬਿਲੂ ਸਪਲਿਟ ਪੇਲ ਫੈਲੋ। ਤਨਵੀਰ ਸਾਹਿਬ ਯਾਰ ਮੈਂ ਇਹ ਸੋਚ ਰਿਹਾ ਸੀ ਕਿ ਅਗਰ ਮੈਨੂੰ ਇਸ ਲਾਭ ਬਲਡ ਹੌਬੀ ਦਾ ਕੱਪੜੇ ਦੇ ਕੰਮ ਤੋਂ ਪਹਿਲਾਂ ਪਤਾ ਚੱਲ ਜਾਂਦਾ ਨਾ, ਹਾਂਜੀ ਮੈਂ ਕੰਮ ਹੀ ਉਹ ਕਰਨਾ ਸੀ, ਕੱਪੜਾ ਰੱਖਣਾ ਹੀ ਨਹੀਂ ਸੀ। ਇਹ ਉਹ ਕੰਮ ਨਹੀਂ ਕਿ ਜਿਹੜਾ ਪਹਿਲੇ ਕੋਈ 2 ਸਾਲ ਸਿੱਖਣਾ ਤੇ ਫਿਰ ਕਰਨਾ। ਇਹਨੂੰ ਤੁਸੀਂ ਸ਼ੁਰੂ ਕਰੋ ਅੱਲਾ ਨੂੰ ਯਾਦ ਕਰਕੇ ਤੇ ਨਾਲ ਸਿੱਖਣ ਦਾ ਵੀ ਮੌਕਾ ਮਿਲਦਾ, ਨਾਲ ਬੰਦਾ ਕਰੀ ਵੀ ਜਾਂਦਾ। ਇਹਦੇ 'ਚ ਨੁਕਸਾਨ ਨਹੀਂ ਹੈਗਾ ਕਿ ਜ਼ਿਆਦਾ ਨਹੀਂ। ਹੁਣ ਅਲਹਮਦੁਲਿਲਾ ਮੇਰੇ ਕੋਲ ਕੋਈ 50-60 ਪੇਅਰ ਹੋਣੇ। ਤਨਵੀਰ ਸਾਹਿਬ ਕੋਈ ਮਿਊਟੇਸ਼ਨਸ ਦੇ ਬਾਰੇ ਦੱਸ ਦਿਓ। ਮਿਊਟੇਸ਼ਨ ਸਰਦੀ ਇਹਦੇ ਵਿੱਚ ਕੋਈ ਫੋਸਟਰ ਪੇਅਰ ਨੇ, ਕੋਈ ਪਲਾਈਨ ਦੇ ਪੇਅਰ ਨੇ, ਅਲਬਾਈਨੋ ਦੇ ਨੇ, ਬਿਲੂ ਫਿਸ਼ਰੀ ਦੇ ਨੇ ਤੇ बिस्मिल्लाहिर्रहमानिर्रहीम। शुरू अल्लाह का नाम लेके जो बड़ा मेहरबान नहायत रहम करने वाला है। दोस्तों आप देख रहे हैं फैसल सलीम व्लॉग्स। मैं हूं आपका दोस्त फैसल सलीम, एक नई वीडियो के साथ हाजिर खिदमत है। आज हम मौजूद हैं जी तनवीर गिल साहब के साथ। RG के नाम से एवरी चला रहे हैं लव बर्ड्स की, माशाल्लाह अच्छे फैंसियर हैं, ग्रेट फैंसियर हैं, पुराना काम कर रहे हैं। और सबसे मज़े की बात, लव बर्ड्स एज ए पार्ट टाइम काम कर रहे हैं और माशाल्लाह अच्छा खासा कमा रहे हैं। इनका अपना वेल सेटेड बिज़नेस है, जो पीछे आप देख रहे हैं कपड़े का, इनमें भी पुराने हैं। बेसिक इनका बिज़नेस यही है। और साथ साथ लव बर्ड्स की दुनिया में क्यों आए, किस चीज़ ने इनको इस तरफ खींचा और क्यों लव बर्ड्स इन्होंने घर में सेटअप लगाया है, इसके बारे में इंफॉर्मेशन लेंगे। तनवीर साहब से इनकी तरफ चलते हैं। अस्सलाम वालेकुम। वालेकुम सलाम भैया। सर कैसे हैं आप? ठीक है अल्लाह दा करम सर, तुसी सुनाओ? ठीक शुक्र अल्लाह पाक दा। तनवीर साहब दस्सियो जरा कि अपना कारोबार माशाल्लाह कर रहे हो। एक बंदे का कारोबार सैट होवे तो बंदा कहता यार दूसरी तरफ मैं ना जावां, जे दूसरी तरफ जांदा वा तो उत्थे बंदे नूं बड़ी कोई अच्छा ब्राइट फ्यूचर या अच्छी कोई चीज़ नज़र आ रही होंदी है। लव बर्ड्स दे तरफ क्यों आए तुसीं, ਇਹਦੇ ਬਾਰੇ ਰੋਸ਼ਨੀ ਪਾਇਆ जरा। ਅੱਛਾ, ਇਸ ਤਰ੍ਹਾਂ ਕਿ ਸਾਡਾ ਨਾ ਕੰਮ ਬੇਸਿਕ ਹੈਗਾ ਕੱਪੜੇ ਦਾ। ਅੱਛਾ, ਕੱਪੜੇ ਦੀ ਇੱਕ ਦੁਕਾਨ ਇੱਥੇ ਹੈ, 1-2 ਸ਼ਹਿਰ ਹੈਗੀਆਂ। ਸਾਡਾ ਲੈਸ ਦਾ ਕੰਮ ਆ ਹੋਲਸੇਲ ਦਾ ਨਾ, ਮੰਡਗਮਰੀ ਬਾਜ਼ਾਰ। ਸਾਡੀ ਆਪਣੀ ਫੈਕਟਰੀ ਹੈ ਐਮਬਰਾਇਡਰੀ। ਤੇ ਇਹ ਜਦੋਂ ਪਹਿਲੀ ਦਫਾ ਕਰੋਨਾ ਆਇਆ ਨਾ ਤੇ ਕਾਰੋਬਾਰ ਦੁਕਾਨਾਂ ਹੋ ਗਈਆਂ ਬੰਦ ਤੇ ਕੰਮ ਸ਼ਾਮ ਹੈ ਕੋਈ ਨਹੀਂ। ਮੈਂ ਸੋਚਣ ਲੱਗ ਗਿਆ ਕੋਈ ਨਾ ਕੰਮ ਨਾਲ ਹੋਰ ਕਰੀਏ। ਸਹੀ। ਤੇ ਕੰਮ ਜਿਹੜਾ ਵੀ ਸੋਚਦੇ ਸੀ ਕਰਨ ਦਾ ਤੇ ਦੁਕਾਨ ਡਿਸਟਰਬ ਹੁੰਦੀ ਸੀ ਕਿਉਂਕਿ ਟਾਈਮ ਪ੍ਰੋਪਰ ਦੇਣਾ ਉਹਨੂੰ ਪੈਂਦਾ। ਸਹੀ। ਮੇਰਾ ਨਾ ਇੱਕ ਉਸਤਾਦ ਆ ਜਿਨ੍ਹਾਂ ਕੋਲੋਂ ਨਾ ਮੈਂ ਕੱਪੜੇ ਦਾ ਕੰਮ ਸਿੱਖਿਆ ਸੀ, ਜ਼ਿਆਉਲ ਹਸਨ ਡੋਗਰ ਸਾਹਿਬ ਨੇ ਸਮਨਾਬਾਦ ਤੋਂ HD ਐਵਰੀ ਦੇ ਨਾਮ ਤੋਂ ਨਾ ਉਹਨਾਂ ਨੇ ਬਰਡ ਰੱਖੇ ਹੋਏ ਨੇ। ਸਹੀ। ਉਹਨਾਂ ਨੇ ਮੈਨੂੰ ਕਦੇ ਦੱਸਿਆ ਨਹੀਂ ਸੀ ਕਿ ਮੈਂ ਵੀ ਨਾ ਸ਼ੌਕ ਕੀਤਾ ਹੋਇਆ ਲਵ ਬਰਡ ਦਾ। ਮੈਂ ਉਹਨਾਂ ਕੋਲ ਘਰ ਚਲ ਗਿਆ ਇੱਕ ਦਫਾ। ਘਰ ਗਿਆ ਤੇ ਉੱਥੇ ਮੈਂ ਵੇਖਿਆ ਉਹਨਾਂ ਕੋਲ ਕਾਫੀ ਜ਼ਿਆਦਾ ਤੋਤੇ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ ਉਸਤਾਦ ਜੀ ਇਹ ਕੀ ਮਾਮਲਾ ਹੈਗਾ? ਉਹਨਾਂ ਨੇ ਮੈਨੂੰ ਨਾ ਟਾਲ ਟੂਲ ਦਿੱਤਾ ਕਿ ਯਾਰ ਤੂੰ ਨਾ ਰਹਿਣ ਦੇ, ਤੇਰੀ ਨਹੀਂ ਸਮਝ। ਉਹਨੂੰ ਪਤਾ ਸੀ ਜੱਟ ਜਿਹਾ ਬੰਦਾ, ਇਹਨੇ ਕੀ ਕਰਨਾ, ਐਵੇਂ ਮੈਨੂੰ ਵੀ ਇੱਥੇ ਖੱਜਰ ਹੀ ਕਰਨਾ। ਤੇ ਉਹ ਖੈਰ ਮੈਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਸਮਝਾਇਆ ਕਿ ਇਹ ਕੰਮ ਆ। ਉਹ ਲੋ ਜੀ ਮੈਂ ਉਦੋਂ ਉਹਨਾਂ ਕੋਲੋਂ ਲੈ ਕੇ ਆਇਆ 5 ਪੇਅਰ। ਅੱਛਾ। ਤੇ ਉਹ ਮੈਂ ਲਗਾਏ। ਅੱਲਾ ਦਾ ਸ਼ੁਕਰ ਆ, ਪਿੱਛੋਂ ਗਾਈਡਲਾਈਨ ਅੱਛੀ ਸੀ ਤੇ ਪੇਅਰ ਚੱਲੇ। ਉਹਨਾਂ ਦੀ ਬਰੀਡ ਆਈ, ਉਹਨਾਂ ਨੂੰ ਸੇਲ ਕੀਤਾ, ਪੈਸੇ ਆਏ। ਉਹਨਾਂ ਦੇ ਪੈਸੇ ਉਹਨਾਂ ਤੇ ਲਾਈ ਗਏ। ਕੁਛ ਹਰ ਸਾਲ ਮੋਟੇਸ਼ਨ ਜਿਹੜੀ ਨਵੀਂ ਲਈ ਨਾ, ਕੁਛ ਆਪਣੇ ਕੋਲ ਇਨਵੈਸਟ ਕਰਦੇ। ਤੇ ਅੱਲਾ ਦਾ ਸ਼ੁਕਰ ਆ, ਬਹੁਤ ਅੱਛਾ ਕੰਮ ਹੈਗਾ ਏ। ਇਹਦੇ ਵਰਗਾ ਕੰਮ ਹੈ ਕੋਈ ਨਹੀਂ। ਕਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਅਸੀਂ ਆਪਣੇ ਬੱਚੇ ਨੂੰ ਪੜ੍ਹਾਉਂਦੇ ਹਾਂ, ਸਕੂਲ ਭੇਜ ਦਿੰਦੇ ਹਾਂ। ਹਾਂਜੀ। ਉਹਨੂੰ ਕੋਈ 12-14 ਸਾਲ ਪੜ੍ਹਾਉਂਦੇ ਆ, ਖਰਚਾ ਕਰਦੇ ਆ, ਉਹਦਾ 14 ਸਾਲ ਦਾ ਟਾਈਮ ਵੀ ਉੱਤੇ ਲੱਗਾ ਹੁੰਦਾ। ਹਾਂਜੀ। ਪੜ੍ਹ ਕੇ ਨੌਕਰੀ ਨਹੀਂ ਲੱਭਦੀ, ਜੇ ਨੌਕਰੀ ਤੇ ਲੱਗ ਜਾਏ ਤੇ 20-25-30 ਹਜ਼ਾਰ ਦੀ ਨੌਕਰੀ ਲੱਭਦੀ ਹੈ। ਉੱਥੇ ਫਸਿਆ ਰਹਿੰਦਾ। ਤੇ 30 ਸਾਲ ਦਾ ਪਿੱਛੇ ਉਹਦੇ 14-15 ਸਾਲ ਦਾ ਉਹਦਾ ਟਾਈਮ ਪੀਰੀਅਡ ਵੀ ਹੁੰਦਾ। ਸਹੀ। ਤੇ ਉੱਤੇ ਪੈਸਾ ਖਰਚ ਕਰਕੇ ਪੜ੍ਹਾਇਆ ਤੇ ਉਹਨੂੰ 25-30 ਹਜ਼ਾਰ ਦੀ ਨੌਕਰੀ ਲੱਗ ਗਈ। ਠੀਕ ਹੈ। ਤੇ ਇਹ ਜਿਹੜਾ ਕੰਮ ਇਸ ਤਰ੍ਹਾਂ ਦਾ ਹੈਗਾ, ਤੁਸੀਂ ਇੱਕ 50,000 ਵਾਲਾ ਪੇਅਰ ਲਵੋ, ਉਹਨੂੰ ਲਗਾਓ ਤੇ ਉਹਨੂੰ ਟਾਈਮ ਵੀ ਨਹੀਂ ਤੁਹਾਡਾ ਚਾਹੀਦਾ। ਸਹੀ। ਸਵੇਰ ਤੁਸੀਂ ਉੱਠਣਾ, ਉੱਠ ਕੇ ਉਹਨੂੰ ਦਾਣਾ ਪਾਣੀ ਪਾਣਾ। ਦਾਣਾ ਤੇ ਖੈਰ ਪਹਿਲੇ ਨਹੀਂ ਮੁੱਕਦਾ, 8 ਦਿਨ ਗੋਲੀਆਂ 'ਚ ਪੈ ਰਹਿੰਦਾ। ਪਾਣੀ ਤੁਸੀਂ ਫਰੈਸ਼ ਰੋਜ਼ ਬਦਲਣਾ। ਸਹੀ। ਤੇ ਉਹ 50,000 ਦਾ ਤੁਸੀਂ ਪੇਅਰ ਲੈਣਾ, ਉਹ ਅੱਲਾ ਦੇ ਹੁਕਮ ਨਾਲ ਵਿਕਣਾ ਵੀ ਅੱਗੋਂ ਪੇਅਰ 50,000 ਦਾ ਹੀ ਹੈ। ਸਹੀ। ਤੇ ਉਹ ਤੁਸੀਂ ਅਗਰ 4-6-7 ਐਵਰੇਜ ਹੁੰਦੀ ਇਹਨਾਂ ਦੇ ਅੰਡਿਆਂ ਦੀ ਤੇ ਤੁਸੀਂ 4 ਬੱਚੇ ਲਾ ਲਓ, ਸਰਵਾਈਵ ਹੋ ਗਏ। 4 ਕਲਚ ਲੈ ਲਏ ਤੇ 16 ਉਹਨਾਂ ਦੇ ਬੱਚੇ ਹੋ ਗਏ, 8 ਪੇਅਰ ਬਣ ਗਏ। ਹਾਂਜੀ। ਤੇ ਤਕਰੀਬਨ ਇਹਨੂੰ ਸਾਲ ਦੇ ਤੁਸੀਂ ਅਗਰ ਡਿਵਾਈਡ ਕਰੋ ਤੇ 65000 ਰੁਪਇਆ ਬਣਨਾ ਮਹੀਨੇ ਦਾ। ਅੱਛਾ। ਤੇ ਲਾਇਆ ਕੀ ਤੁਸੀਂ 50000 ਤੇ ਮਹੀਨੇ ਦਾ 65000 ਕਮਾ ਰਹੇ ਹੋ। ਵਾਹ ਜੀ। ਇੰਜ ਦਾ ਕੋਈ ਕੰਮ ਤੇ ਦੱਸੋ ਜੋ ਕੋਈ ਹੈ ਤੇ। ਕੋਈ ਕੰਮ ਨਹੀਂ ਹੈ ਪਾਰਟ ਟਾਈਮ, ਫਿਰ ਕੋਈ ਖਪਤ ਨਹੀਂ ਹੈ। ਕੋਈ ਖਪਤ ਨਹੀਂ ਭਾਈ, ਸਾਰਾ ਦਿਨ ਫਰੀ ਆ, ਸਾਰਾ ਦਿਨ ਦੁਕਾਨ ਤੇ ਬੈਠੇ ਰਹੀਦਾ, ਯਾਰਾਂ ਦੋਸਤਾਂ ਨਾਲ ਗੱਪਾਂ ਮਾਰਦੇ ਰਹੀਦਾ। ਸੁਬਾਹ ਨੂੰ 10 ਮਿੰਟ ਉਹਨਾਂ ਨੂੰ ਟਾਈਮ ਦੇ ਦਿੱਤਾ। ਅੱਛਾ, ਇਸ ਤੋਂ ਸਾਬਤ ਹੋਇਆ ਦੋਸਤੋ ਇਸ ਸਟੋਰੀ ਤੋਂ ਕਿ ਜੱਟ ਬੰਦੇ ਵੀ ਕਰ ਸਕਦੇ, ਇਹਦੇ ਵਿੱਚ ਕੋਈ ਪੜ੍ਹਾਈ ਲਿਖਾਈ ਦਾ ਕੋਈ ਨਹੀਂ ਜੀ। ਇਹ 'ਚ ਕੋਈ ਮਸਲਾ ਨਹੀਂ ਆਇਆ। ਤੁਹਾਡਾ ਬੰਦਾ ਕੋਈ ਮੁਖਲਸ ਹੋਏ ਜਿਹੜਾ ਤੁਹਾਨੂੰ ਚੀਜ਼ ਅੱਛੀ ਦੇ ਦੇਵੇ
ਤੇ ਗਏ ਬਗਾਏ ਤੁਹਾਨੂੰ ਉਹ ਅਗਾਹ ਕਰਦਾ ਰਹੇ ਕਿ ਇੰਜ ਕਰ ਲਓ ਇੰਜ ਕਰ ਲਓ, ਕੋਈ ਮਾਮਲਾ ਵੀ ਨਹੀਂ, ਸਭ ਠੀਕ ਹੋ ਜਾਂਦਾ। ਅੱਲਾ ਖੈਰ ਕਰਨਾ। ਜਿਹੜੀ ਤੁਸੀਂ ਬਰੀਡ ਲੈ ਕੇ ਆਏ ਸੀ ਉਸ ਤੋਂ ਬਾਅਦ ਉਸ ਬਰੀਡ ਨੂੰ ਵਧਾਇਆ, ਇਹਦੇ ਵਿੱਚ ਕਿੰਨਾ ਅਰਸਾ ਤੁਹਾਡਾ ਗੁਜ਼ਰ ਗਿਆ ਸੀ? ਭਾਈ ਨਾ ਇਸ ਟਾਈਮ ਮੈਨੂੰ ਨਾ ਕੋਈ ਤਕਰੀਬਨ 5 ਸਾਲ ਹੋ ਚਲੇ। ਖੈਰ ਸ਼ੌਕ ਤੇ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸ਼ੁਰੂ ਤੋਂ ਹੁੰਦਾ, ਬਚਪਨ ਤੋਂ ਹੀ। ਸਾਨੂੰ ਵੀ ਨਾ ਪਰਿੰਦਿਆਂ ਦਾ ਸ਼ੌਕ ਸੀ। ਸਹੀ। ਮੇਰੇ ਭਾਈ ਨੇ ਉਹਨਾਂ ਨੇ ਨਾ ਘਰ ਰੱਖੇ ਕਬੂਤਰ, ਕੁਝ ਕਮ ਅਜ਼ ਕਮ ਕੋਈ 30-35 ਸਾਲ ਪੁਰਾਣੇ ਨੇ, ਲੇਕਿਨ ਮੈਨੂੰ ਸ਼ੌਕ ਨਹੀਂ ਪਿਆ। ਅੱਛਾ। ਮੈਨੂੰ ਸ਼ੌਕ ਪਿਆ ਸੀ ਇਹਨਾਂ ਦਾ, ਮੈਂ ਨਾ ਛੋਟਾ ਹੁੰਦਾ ਸੀ, ਮੈਂ ਉਦੋਂ ਵੀ ਇਹ ਤੋਤੇ ਰੱਖੇ ਸੀ, ਆਸਟ੍ਰੇਲੀਅਨ ਹੋ ਗਏ ਤੇ ਇਹ ਲਵ ਬਰਡ ਫਿਸ਼ਰੀ ਦਾ ਇੱਕ ਪੇਅਰ ਮੈਂ ਉੱਥੋਂ ਝੰਗ ਬਾਜ਼ਾਰੋਂ ਲੈ ਕੇ ਆਇਆ ਸੀ, ਤੇ ਮੋਰ ਰੱਖੇ ਹੁੰਦੇ ਸੀ। ਅੱਛਾ। ਉਹ ਫਿਰ ਮੈਂ ਬਾਹਰ ਚਲਾ ਗਿਆ ਸਊਦੀਆ। ਅੱਛਾ। ਉਹ ਫਿਰ ਉਹ ਇਹਨਾਂ ਨੇ ਪਿੱਛੋਂ ਛੱਡ ਛੁੱਡੂ ਦਿੱਤੇ ਕਿਉਂਕਿ ਇਹਨਾਂ ਨੂੰ ਸ਼ੌਕ ਨਹੀਂ ਸੀ ਹੈ। ਅੱਛਾ। ਤੇ ਉਹ ਵਾਪਸ ਆਇਆ ਆ ਕੇ ਤੇ ਫਿਰ ਇਸ ਤਰ੍ਹਾਂ ਦਾ ਮਾਮਲਾ ਹੋਇਆ ਕਿ ਮੈਨੂੰ ਫਿਰ ਇਹ ਸੋਬੇ ਜਾਣਾ ਪੈ ਗਿਆ। ਲੇਕਿਨ ਇਹ ਸ਼ੌਕ ਹੈ ਸੀ। ਇਹ ਕਹਿਣ ਦਾ ਮਕਸਦ ਹੈ ਸ਼ੌਕ ਲਾਜ਼ਮੀ ਹੋਣਾ ਚਾਹੀਦਾ। ਹਾਂਜੀ, ਫਿਰ ਦੇਖੋ ਜੀ ਪਹਿਲੇ ਸ਼ੌਕ ਹੀ ਆ, ਕਾਰੋਬਾਰ ਤੋਂ ਬਾਅਦ ਚ ਬੰਦੇ ਨੂੰ ਸਮਝ ਆਉਂਦੀ ਹੈ ਨਾ ਕਿ ਯਾਰ ਇਹ ਕਾਰੋਬਾਰ ਹਰ ਬੰਦਾ ਜਿਹੜਾ ਨਾ ਉਹ ਲੈਂਦਾ ਇਸੇ ਨਜ਼ਰੀਏ ਨਾਲ ਹੀ ਹੈ ਕਿ ਮੈਨੂੰ ਸ਼ੌਕ ਆ ਤੇ ਲੈ ਰਿਹਾ, ਸ਼ੌਕ ਨਹੀਂ ਤਾਂ ਨਹੀਂ ਲੈਣਾ। ਹੁਣ ਤੁਹਾਨੂੰ ਸ਼ੌਕ ਆ ਜਾਂ ਭਾਈ ਨੂੰ ਉਮਰ ਭਾਈ ਨੂੰ ਸ਼ੌਕ ਆ ਤੇ ਇਹਨਾਂ ਨੇ ਫੇਰ ਹੀ ਰੱਖਣੇ ਆ। ਹਾਂਜੀ, ਫਿਰ ਦੇਖੋ ਜੀ ਪਹਿਲੇ ਸ਼ੌਕ ਹੀ ਆ, ਕਾਰੋਬਾਰ ਤੋਂ ਬਾਅਦ ਚ ਬੰਦੇ ਨੂੰ ਸਮਝ ਆਉਂਦੀ ਹੈ ਨਾ ਕਿ ਯਾਰ ਇਹ ਕਾਰੋਬਾਰ ਹਰ ਬੰਦਾ ਜਿਹੜਾ ਨਾ ਉਹ ਲੈਂਦਾ ਇਸੇ ਨਜ਼ਰੀਏ ਨਾਲ ਹੀ ਹੈ ਕਿ ਮੈਨੂੰ ਸ਼ੌਕ ਆ ਤੇ ਲੈ ਰਿਹਾ, ਸ਼ੌਕ ਨਹੀਂ ਤਾਂ ਨਹੀਂ ਲੈਣਾ। ਹੁਣ ਤੁਹਾਨੂੰ ਸ਼ੌਕ ਆ ਜਾਂ ਭਾਈ ਨੂੰ ਉਮਰ ਭਾਈ ਨੂੰ ਸ਼ੌਕ ਆ ਤੇ ਇਹਨਾਂ ਨੇ ਬਿਲਕੁਲ ਸਹੀ ਕਾਰੋਬਾਰੀ ਗੱਲਾਂ ਤੇ ਫਿਰ ਅੱਗੋਂ ਵਧਦੀਆਂ ਨਾ ਕਿ ਯਾਰ ਆ ਮੋਟੇਸ਼ਨ ਨਵੀਂ ਆ ਗਈ, ਆ ਲਾ ਲਓ ਉਹ ਲਾ ਲਓ, ਸਟੈਪ ਨਾਲ ਬੰਦਾ ਚੱਲਦਾ ਰਹਿੰਦਾ। ਅਜੇ ਸ਼ੌਕ ਦੇ ਨਾਲ ਤੁਸੀਂ ਕਾਰੋਬਾਰ ਕਰ ਲਓਗੇ ਤਾਂ ਬਿਹਤਰ ਹੋਏਗਾ। ਬਿਲਕੁਲ, ਸੋਨੇ ਦੇ ਸੁਹਾਗਾ ਤੁਹਾਡਾ ਖਰਚਾ ਪਾਣੀ ਵੀ ਨਿਕਲਦਾ ਹਾਂਜੀ ਹਾਂਜੀ, ਉਹ ਖਰਚਾ ਵਾਫਰ ਹੋ ਜਾਂਦਾ। ਬਿਲਕੁਲ ਸਹੀ। ਅੱਛਾ, ਇਹਦੇ ਵਿੱਚ ਕੀ ਕਹੋਗੇ ਤੁਸੀਂ ਨਵੇਂ ਬੰਦੇ ਵਾਸਤੇ ਤੇ ਉਹਨੂੰ ਸਮਝ ਨਹੀਂ ਲੱਗਣੀ ਕਿ ਕੀ ਮੋਟੇਸ਼ਨ ਦੀ ਗੱਲ ਕਰ ਰਹੇ ਹੋ, ਜਿਹੜੇ ਅੱਛੇ ਫੈਂਸਰ ਉਹਨੂੰ ਸਮਝ ਲੱਗ ਜਾਏਗੀ। ਬੇਸਿਕ ਮੋਟੇਸ਼ਨ, ਕਮਰਸ਼ੀਅਲ ਮੋਟੇਸ਼ਨ ਤੇ ਐਡਵਾਂਸ ਮੋਟੇਸ਼ਨ ਦੇ ਵਿੱਚ ਕੀ ਫਰਕ ਕੱਢਦੇ ਹੋ? ਯਾਰ ਮੈਂ ਇਹ ਸੋਚ ਰਿਹਾ ਸੀ ਕਿ ਅਗਰ ਮੈਨੂੰ ਇਸ ਲਵ ਬਰਡ ਹੌਬੀ ਦਾ ਕੱਪੜੇ ਦੇ ਕੰਮ ਤੋਂ ਪਹਿਲਾਂ ਪਤਾ ਚੱਲ ਜਾਂਦਾ ਨਾ, ਹਾਂਜੀ, ਮੈਂ ਕੰਮ ਹੀ ਉਹ ਕਰਨਾ ਸੀ ਕੱਪੜਾ। ਵਾਹ ਜੀ ਵਾਹ। ਯਾਨੀ ਇਹਦੇ ਚ ਇੰਨਾ ਫਾਇਦਾ। ਤੇ ਨਵੇਂ ਬੰਦੇ ਵਾਸਤੇ ਇਹ ਆ ਕਿ ਉਹ ਸਟਾਰਟ ਥੋੜੇ ਤੋਂ ਲਵੇ, ਛੋਟੇ ਬਰਡ ਤੋਂ ਨਾ ਸਟਾਰਟ ਲਵੇ, ਫਿਰ ਆਹਿਸਤਾ ਆਹਿਸਤਾ ਉਹਨੂੰ ਜਦੋਂ 2 ਸਾਲ ਹੋ ਜਾਂਦੇ ਆ ਨਾ ਇਸ ਕੰਮ 'ਚ, ਉਹਨੂੰ ਖੁਦ ਸਮਝ ਆ ਜਾਂਦੀ। ਵੈਰੀ ਗੁੱਡ। ਕਿ ਮੈਂ ਅੱਗੋਂ ਕੀ ਲਾਣਾ, ਕੀ ਆ ਰਿਹਾ ਮਾਰਕੀਟ ਦੀ, ਕੀ ਡਿਮਾਂਡ ਹੈਗੀ ਆ ਤੇ ਕੀ ਚੱਲ ਰਿਹਾ, ਕਮਰਸ਼ੀਅਲ ਵਰਲਡ ਕਿਹੜਾ ਤੇ ਮੋਟੇਸ਼ਨ ਕੀ ਆ, ਉਹ ਉਸ ਹਿਸਾਬ ਨਾਲ ਕਰਦੇ ਰਹਿੰਦਾ। ਸਹੀ। ਤੁਸੀਂ ਕਿਸੇ ਵੀ ਸ਼ੈੱਡ 'ਚ ਜਾਓਗੇ ਨਾ, ਸਾਰਿਆਂ ਕੋਲ ਇੱਕ ਜੈਸੇ ਬਰਡ ਨਹੀਂ ਹੁੰਦੇ, ਹਲਕੇ ਵੀ ਹੋਣਗੇ, ਚੰਗੇ ਵੀ। ਕਿੱਦਾਂ ਹੁਣ ਅਗਰ ਹਰ ਬੰਦਾ ਲੱਖ ਰੁਪਏ ਵਾਲਾ ਹੀ ਪੇਅਰ ਲੈ ਲੇ, ਕੋਈ ਮੇਰੇ ਵਰਗਾ ਮਾੜਾ ਬੰਦਾ ਲੱਖ ਦਾ ਪੇਅਰ ਨਹੀਂ ਲੈ ਸਕਦਾ, ਉਹਦੀ 10-20 ਹਜ਼ਾਰ ਦੀ ਜੇਬ ਇਜਾਜ਼ਤ ਦਿੰਦੀ, ਉਹਨੇ ਉਹੀ ਲੈਣਾ। ਹਾਂਜੀ। ਇਸ ਵਜ੍ਹਾ ਤੋਂ ਹਰ ਬੰਦੇ ਨੂੰ ਚਾਹੀਦਾ ਕਿ ਆਪਣੇ ਕੋਲ ਹਰ ਮੋਟੇਸ਼ਨ ਰੱਖੇ। ਬਿਲਕੁਲ ਸਹੀ। ਇਸ ਤਰ੍ਹਾਂ ਸਿਸਟਮ ਚੱਲਦਾ। ਬਿਲਕੁਲ ਸਹੀ ਹੈ। ਬਾਕੀ ਕੰਮ ਨੂੰ ਸਮਝਣ ਵਾਸਤੇ ਥੋੜਾ ਟਾਈਮ ਦਰਕਾਰ ਆ। ਹਾਂ, ਇਹ ਹੈ ਕਿ ਉਹਦੇ 'ਚ ਦਿਲਚਸਪੀ ਲੈਣੀ ਪੈਂਦੀ, ਤੁਹਾਨੂੰ ਧਿਆਨ ਦੇਣਾ। ਕੰਮ ਕੋਈ ਵੀ ਹੈ ਯਾਰ, ਬੰਦਾ ਕਿਤੋਂ ਸਿੱਖਣ ਵੀ ਕੋਈ ਕੰਮ ਜਾਂਦਾ ਨਾ, ਉਹਦੇ 'ਚ ਟਾਈਮ ਲਾਣਾ ਹੀ ਪੈਂਦਾ। ਇਹਦਾ ਇਹ ਹੈ, ਇਹ ਕੰਮ ਇੰਝ ਦਾ ਕਿ ਤੁਹਾਡਾ ਕੰਮ ਵੀ ਚੱਲ ਜਾਂਦਾ ਤੇ ਤੁਹਾਨੂੰ ਸਿੱਖਣ ਦਾ ਵੀ ਮੌਕਾ ਮਿਲਦਾ। ਇਹ ਉਹ ਕੰਮ ਨਹੀਂ ਕਿ ਜਿਹੜਾ ਪਹਿਲੇ ਕੋਈ 2 ਸਾਲ ਸਿੱਖਣਾ ਤੇ ਫਿਰ ਕਰਨਾ। ਇਹਨੂੰ ਤੁਸੀਂ ਸ਼ੁਰੂ ਕਰੋ ਅੱਲਾ ਨੂੰ ਯਾਦ ਕਰਕੇ, ਤੇ ਨਾਲ ਸਿੱਖਣ ਦਾ ਵੀ ਮੌਕਾ ਮਿਲਦਾ, ਨਾਲ ਬੰਦਾ ਕਰੀ ਵੀ ਜਾਂਦਾ। ਇਹਦੇ 'ਚ ਨੁਕਸਾਨ ਨਹੀਂ ਹੈਗਾ। ਅੱਛਾ, ਜਦੋਂ ਤੁਸੀਂ 5 ਪੇਅਰ ਜਿਹੜੇ ਲੈ ਕੇ ਆਏ ਸੀ, ਉਹ ਕਿਹੜੀ ਮੋਟੇਸ਼ਨ ਸੀ ਤੇ ਇਸ ਟਾਈਮ ਕਿੰਨੀਆਂ ਮੋਟੇਸ਼ਨ ਆਪਣੇ ਕੋਲ? ਮੇਰੇ ਕੋਲ 5 ਪੇਅਰ ਜਿਹੜੇ ਸੀ ਨਾ, ਇੱਕ ਪਾਰਬਿਲੂ ਦਾ ਪੇਅਰ ਸੀ ਤੇ ਇੱਕ ਸੀਗਾ ਫਿਸ਼ਰੀ ਦਾ ਪੇਅਰ, ਬਿਲੂ ਫਿਸ਼ਰੀ ਦਾ, ਇੱਕ ਸੀ ਵਾਇਲਟ ਪਰਸਨਾਟਾ ਦਾ ਤੇ ਇੱਕ ਯੈਲੋ ਚੈਸਟ ਦਾ। ਸਹੀ ਹੈ। ਇਹ ਪੇਅਰ ਸੀ ਤੇ ਅੱਲਾ ਦਾ ਸ਼ੁਕਰ ਆ ਅੱਜ ਮੇਰੇ ਕੋਲ ਉਹ ਮੋਟੇਸ਼ਨਾਂ ਜਿਹੜੀਆਂ ਹੈਗੀਆਂ ਉਹ ਤੇ ਮੈਂ ਹੁਣ ਮਤਲਬ ਉਹ ਮੈਨੂੰ ਲੱਗਦੀਆਂ ਕਿ ਹਲਕੀਆਂ ਨੇ, ਹਲਕੀਆਂ ਹੋ ਗਈਆਂ, ਉਹ ਮੈਂ ਖਤਮ ਹੀ ਕਰ ਦਿੱਤੀਆਂ ਤੇ ਚੰਦ ਇੱਕ ਪੀਸ ਸ਼ੌਕ ਨਾਲ ਵੈਸੇ ਉਹ ਰੱਖੇ ਹੋਏ। ਅੱਛਾ। ਉਸ ਤੋਂ ਬਾਅਦ ਅਲਬਾਈਨੋ ਆ ਤੇ ਪਾਰਬਿਲੂ ਆ। ਪਾਰਬਿਲੂ ਯੂਵਿੰਗ ਚ ਪੀਸ ਹੈਗੇ ਨੇ, ਵਾਇਲਟ ਫਿਸ਼ਰੀਆਂ ਯੂਵਿੰਗ ਚ ਤੇ ਓਪਲਾਈਨ, ਗ੍ਰੀਨ ਓਪਲਾਈਨ, ਬਲੂ ਓਪਲਾਈਨ ਤੇ ਪੇਲ ਫੈਲੋ ਨੇ। ਇਸ ਤਰ੍ਹਾਂ ਕਰਕੇ ਸਪਲਿਟ ਪੇਲ ਫੈਲੋ ਦੀ ਵਰਕਿੰਗ ਕਰ ਰਹੇ ਹਾਂ, ਕਾਫੀ ਜ਼ਿਆਦਾ ਨੇ। ਹੁਣ ਅਲਹਮਦੁਲਿਲਾ ਮੇਰੇ ਕੋਲ ਕੋਈ 50-60 ਪੇਅਰ ਹੋਣੇ। ਅੱਛਾ, ਦੱਸਣਾ ਪਸੰਦ ਕਰੋਗੇ ਇਸ ਟਾਈਮ ਮਾਸ਼ਾਅੱਲਾ ਲਵ ਬਰਡਸ ਤੋਂ ਮੰਥਲੀ ਜਾਂ ਈਅਰਲੀ ਕੀ ਹਿਸਾਬ ਲਾਉਂਦੇ ਹੋ? ਦੇਖੋ, ਇਹਦਾ ਹਿਸਾਬ ਇਹ ਆ ਕਿ ਤੁਸੀਂ ਇਹਦੇ 'ਚ ਜਿੰਨਾ ਕੁ ਤੁਸੀਂ ਇਹਨਾਂ ਨੇ ਪਾ ਲੈਣਾ ਨਾ, ਉਹਨਾਂ ਕੀ ਕੱਢ ਲੈਣਾ। ਸਿਆਣੇ ਆਉਂਦੇ ਨੇ ਕਿ ਜਿੰਨਾ ਗੁੜ ਪਾਣਾ ਉਹਨਾਂ ਕੀ ਮਿੱਠਾ ਹੋਣਾ। ਜੇ ਤੁਸੀਂ 50,000 ਵਾਲਾ ਪੇਅਰ ਲਾਇਆ, ਉਹਦੇ ਨਾਲ ਉਨੀ ਕੁ ਐਵਰੇਜ ਆ ਜਾਣੀ। ਜੇ ਤੁਸੀਂ 10,000 ਵਾਲਾ ਪੇਅਰ ਆਇਆ, ਉਹਦੇ ਨਾਲ ਉਨੀ ਕੁ ਤੁਹਾਨੂੰ ਇਨਕਮ ਆ ਜਾਣੀ ਤੇ ਖਰਚਾ ਤੇ ਟਾਈਮ ਤੁਹਾਡਾ ਉਨਾ ਹੀ ਆ। ਉਹ 10,000 ਵਾਲੇ ਪੇਅਰ ਨੇ ਵੀ ਉਨਾ ਹੀ ਖਾਣਾ ਤੇ ਉਹ ਲੱਖ ਵਾਲੇ ਪੇਅਰ ਨੇ ਵੀ ਉਨਾ ਹੀ ਖਾਣਾ। ਯਾਨੀ ਟਾਈਮ ਤੇ ਖਰਚਾ ਉਹੀ ਆ ਤੇ ਤੁਹਾਡੀ ਅੱਗੋਂ ਐਵਰੇਜ ਵੱਧਦੀ ਰਹਿੰਦੀ। ਸਹੀ ਹੈ। ਤੇ ਕਿਹੜੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਜਿਹੜਾ ਪਤਾ ਨਹੀਂ ਸੀ ਆਇਆ ਤੇ ਹੁਣ ਕਿਦਾਂ ਕਵਰ ਕਰਦੇ ਹੋ? ਬਿਮਾਰੀ ਅਸਲ ਦੇ ਵਿੱਚ ਅਗਰ ਤੁਹਾਡੇ ਕੋਲ ਪ੍ਰੋਪਰ ਤੁਹਾਡਾ ਸ਼ੈੱਡ ਹਵਾਦਾਰ ਆ, ਅੰਦਰ ਧੁੱਪ ਆਉਂਦੀ ਹੈ, ਕੋਈ ਮਾਮਲਾ ਤਾਂ ਨਹੀਂ ਹੈ ਤੇ ਬਰਡ ਬਿਮਾਰ ਹੁੰਦਾ ਹੀ ਨਹੀਂ। ਹਾਂ, ਇਹ ਹੈ
ਗਰਮੀ ਸਰਦੀ ਦੀ ਥੋੜੀ ਟੈਨਸ਼ਨ ਹੁੰਦੀ ਹੈ, ਜਿੱਦਾਂ ਕਿ ਸਾਨੂੰ ਅਸੀਂ ਜਾਣਦਾਰ ਹਾਂ, ਸਾਨੂੰ ਗਰਮੀ ਵੀ ਲੱਗਦੀ ਹੈ ਸਰਦੀ ਵੀ, ਉਸ ਹਿਸਾਬ ਨਾਲ ਤੁਸੀਂ ਇਹਨਾਂ ਦਾ ਟੈਂਪਰੇਚਰ ਮੇਨਟੇਨ ਕਰੀ ਰੱਖੋ ਤੇ ਬਿਮਾਰ ਹੁੰਦੇ ਹੀ ਨਹੀਂ। ਬਿਮਾਰ ਹੁੰਦੇ ਨੇ ਐਡਾ ਕੋਈ ਬਿਮਾਰੀ ਨਹੀਂ ਹੈ। ਬਾਕੀ ਇਹ ਹੈ ਕਿ ਕੋਈ ਜ਼ੁਕਾਮ ਲੱਗ ਗਿਆ, ਕਿਸੇ ਨੂੰ ਕੋਈ ਇੰਝ ਦਾ ਮਸਲਾ ਹੋ ਜਾਂਦਾ, ਕੋਈ ਬੁਖਾਰ ਹੋ ਗਿਆ, ਲੇਕਿਨ ਉਹ ਹੈ ਕਿ ਬਹੁਤ ਜ਼ਿਆਦਾ ਮੈਂ ਨਹੀਂ ਆਪਣੇ ਐਕਸਪੀਰੀਅੰਸ ਵੇਖਿਆ ਕਿ ਬਰਡ ਕੋਈ ਬਿਮਾਰ ਹੋਇਆ ਵਾ। ਐਕਟਿਵ ਪਾਣੀ ਅੱਛਾ ਹੈਲਥ ਹਾਂ, ਤੁਸੀਂ ਪਾਣੀ ਫਰੈਸ਼ ਦਿਓ, ਉਹਨਾਂ ਦੀ ਡਾਈਟ ਅੱਛੀ ਰੱਖੋ ਤਾਂ ਕੋਈ ਮਸਲਾ ਨਹੀਂ ਹੈ। ਡਾਈਟ ਦੇ ਵਿੱਚ ਕੀ ਦਿੰਦੇ ਹੋ? ਸੌਫਟ ਫੂਡ ਦੇ ਵਿੱਚ, ਗ੍ਰੀਨ ਫੂਡ ਜਿਹਦੇ ਤੇ ਆਮ ਜਿਹੜੀ ਰੂਟੀਨ 'ਚ ਦਿੰਦੇ ਹੋ? ਦੇਖੋ ਮੇਰਾ ਨਾ ਸਾਰੇ ਸਾਲ ਦੀ, ਹਰ ਬੰਦੇ ਦੀ ਨਾ ਸਾਰੇ ਸਾਲ ਦੀ ਇੱਕ ਪਲੈਨਿੰਗ ਹੁੰਦੀ ਕਿ ਯਾਰ ਮੈਂ ਇਹ ਚੀਜ਼ ਦੇਣੀ। ਅੱਲਾ ਦਾ ਸ਼ੁਕਰ ਆ ਅਸੀਂ ਸਾਰਾ ਸਾਲ ਹੀ ਉਹਨਾਂ ਨੂੰ ਕੁਛ ਨਾ ਕੁਛ ਦੇਈ ਜਾਈਦਾ। ਗ੍ਰੀਨ ਫੂਡ ਗਰਮੀਆਂ ਨੂੰ ਗ੍ਰੀਨ ਫੂਡ ਦੇਈਦਾ ਤੇ ਸਰਦੀਆਂ ਨੂੰ ਸੌਫਟ ਫੂਡ ਬਣਾ ਕੇ ਦਾਲਾਂ ਹੋ ਗਈਆਂ, ਅੰਡਾ ਹੋ ਗਿਆ ਤੇ ਉੱਤੇ ਕੈਲਸ਼ੀਅਮ ਵਿਟਾਮਿਨ ਵਗੈਰਾ ਨੇ ਇਹ ਚੀਜ਼ਾਂ ਪਾ ਕੇ ਦੇਈ ਜਾਈਦੀ। ਸਹੀ, ਜ਼ਬਰਦਸਤ। ਦੂਸਰੇ 'ਚ ਕੀ ਦਿੰਦੇ ਹੋ ਹਾਰਡ ਫੂਡ 'ਚ? ਆਮ ਜਿਹੜੀ ਖੁਰਾਕ ਦੇ ਵਿੱਚ ਕੋਈ ਚੇਂਜਿੰਗ ਕਰਦੇ ਆ, ਕੋਈ ਜਿਹੜਾ ਮਿਕਸ ਦਾਣਾ ਹੁੰਦਾ ਉਹ ਦਿੰਦੇ? ਯਾਰ ਅਸੀਂ ਆਪਣੀ ਮਰਜ਼ੀ ਨਾਲ ਬਣਵਾਈਦਾ ਤੇ ਮੌਸਮ ਦੇ ਲਿਹਾਜ਼ ਨਾਲ ਚੀਜ਼ਾਂ ਨੂੰ ਨਾ ਘੱਟ ਵੱਧ ਕਰਦੇ ਰਹੀਦਾ ਉਹਨਾਂ ਨੂੰ। ਸਹੀ ਜੀ ਦੋਸਤੋ, ਤੁਹਾਨੂੰ ਹੁਣ ਸ਼ੈੱਡ ਦਿਖਾਉਂਦੇ ਆ, ਸ਼ੈੱਡ ਦਾ ਵਿਜ਼ਿਟ ਕਰਦੇ ਆ ਤੇ ਨਾਲ ਤੁਹਾਨੂੰ ਮਿਊਟੇਸ਼ਨਸ ਜਿਹੜੇ ਇਹ ਜਿਹੇ ਤੇ ਫ੍ਰੀ ਫਲਾਈਂਗ ਬਰਡਸ ਇਹਨਾਂ ਨੇ ਛੱਡੇ ਹੋਏ ਨੇ ਤਨਵੀਰ ਸਾਹਿਬ ਨੇ। ਅੱਛਾ, ਕਦੋਂ ਲਾਣੇ ਬਾਕਸ ਵਗੈਰਾ? ਬਾਕਸ ਲਾਵਾਂਗੇ ਜਿੱਦਾਂ ਮੌਸਮ ਠੰਡਾ ਹੋਏਗਾ ਨਾ, ਇਹ ਅਗਸਤ, ਸਤੰਬਰ, ਅਕਤੂਬਰ ਦੇ ਵਿੱਚ ਇਨਸ਼ਾਅੱਲਾ ਬਾਕਸ ਲਾਵਾਂਗੇ। ਅਕਤੂਬਰ 'ਚ ਕਿੰਨੀ ਦੇਰ ਤੱਕ ਪੀਰੀਅਡ ਚੱਲਦਾ ਇਹਨਾਂ ਦਾ? ਇਹ ਅਕਤੂਬਰ ਤੋਂ ਲੈ ਕੇ ਤੇ ਜੂਨ ਜੁਲਾਈ ਤੱਕ ਚੱਲਦਾ ਰਹਿੰਦਾ। ਜੂਨ ਜੁਲਾਈ ਤੱਕ। ਅੱਛਾ, ਇਹਦੇ ਵਿੱਚ ਕਿੰਨਾ ਇਫੈਕਟ ਕਰਦਾ ਵਾ ਏਸੀ, ਕਿ ਤੁਸੀਂ ਇਹ ਤੇ ਕੀ ਬਿਲੀਵ ਕਰਦੇ ਹੋ ਕਿ ਅਕਸਰ ਸ਼ੈਡਾਂ ਦੇ ਵਿੱਚ ਤੇ ਬਹੁਤ ਅੱਛਾ ਉਹਨਾਂ ਨੇ ਇੰਤਜ਼ਾਮ ਕੀਤਾ ਹੁੰਦਾ ਕਿ ਨੇਚਰ ਵਾਈਜ਼ ਇਹਨੂੰ ਰੱਖਣਾ ਚਾਹੀਦਾ ਬਰਡਸ ਨੂੰ, ਕਿ ਲਵ ਬਰਡਸ ਏਸੀ ਦੇ ਵਿੱਚ ਹੀ ਸਹੀ ਰਹਿੰਦਾ? ਯਾਰ ਦੇਖੋ, ਬਰਡ ਨੂੰ ਨਾ ਨੇਚਰ ਵਾਈਜ਼ ਹੀ ਰੱਖਣਾ ਚਾਹੀਦਾ। ਬਾਕੀ ਇਹ ਹੈ ਕਿ ਕੁਝ ਭਰਾ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਕੋਲ ਜਗ੍ਹਾ ਥੋੜੀ ਹੁੰਦੀ ਹੈ, ਉਹਨਾਂ ਨੇ ਇੱਕ ਹੀ ਕਮਰਾ, ਜਿਸ ਤਰ੍ਹਾਂ ਕਿ ਸ਼ਹਿਰਦਾਰੀਆਂ ਜਗ੍ਹਾ ਲੋਕਾਂ ਕੋਲ ਥੋੜੀ ਹੈ। ਅੱਛਾ, ਉਹਨਾਂ ਨੇ ਕਮਰੇ ਦੇ ਵਿੱਚ ਸੈਟਿੰਗ ਕੀਤੀ ਹੁੰਦੀ ਹੈ ਤੇ ਉਹ ਏਸੀ ਵੀ ਲਾ ਦਿੰਦੇ ਨੇ ਤੇ ਸਾਰੇ ਮਾਮਲਾ ਤੋਂ ਬਰੀਡ ਵੀ ਸਾਰਾ ਸਾਲ ਲਈ ਜਾਂਦੇ ਨੇ। ਸਹੀ। ਲੇਕਿਨ ਮੈਂ ਇਹ ਸਮਝਦਾ ਕਿ ਉਹਨਾਂ ਨੂੰ ਨਾ ਕੁਦਰਤੀ ਮਾਹੌਲ ਦੇਣਾ ਚਾਹੀਦਾ ਤੇ ਗਰਮੀ ਸਰਦੀ ਦਾ ਵੀ ਉਹਨਾਂ ਨੂੰ ਪਤਾ ਚੱਲਦਾ ਰਹੇ ਤੇ ਬਰੀਡ ਵੀ ਤੁਸੀਂ ਮੌਸਮ ਦੇ ਲਿਹਾਜ਼ ਨਾਲ ਉਹਨਾਂ ਕੋਲ ਉਹੀ ਬਿਹਤਰ ਹੈ, ਕਿਉਂਕਿ ਉਹ ਵੀ ਜਾਣਦਾਰ ਨੇ। ਆਖਰ ਜ਼ਬਰਦਸਤ। ਨਵੇਂ ਫੈਂਸੀਅਰਸ ਕਿੱਥੋਂ ਸਟੈਪ ਲੈਣ? ਜਿੱਦਾਂ ਤੁਸੀਂ 5 ਪੇਅਰ ਪਾਏ ਸੀ, ਲੇਕਿਨ ਜੇ ਇੱਥੇ ਇਹ ਵੀ ਸਵਾਲ ਉੱਠਦਾ ਵਾ ਕਿ ਨਵੇਂ ਫੈਂਸੀਅਰ ਆ ਮਿਸਾਲ ਦੇ ਤੌਰ ਲਟੀਨੋ ਰੱਖ ਲੈਂਦੇ ਆ ਜਾਂ ਫਿਸ਼ਰਸ ਰੱਖ ਲੈਂਦੇ ਆ, ਲੇਕਿਨ ਜਿਨ੍ਹਾਂ ਤੱਕ ਉਹਨਾਂ ਨੇ ਸਿੱਖਣਾ ਵਾ ਉਹ ਪਿੱਛੇ ਬਹੁਤ ਚੱਲ ਜਾਣਗੇ। ਕਿਆ ਤੁਸੀਂ ਸੋਚਦੇ ਹੋ ਕਿ ਨਵੇਂ ਫੈਂਸੀਅਰ ਅੱਛੇ ਜੋੜੇ ਵੀ ਨਾਲ ਲਾ ਲੈਣ, ਇੱਕ ਦੋ ਜੇ ਅਫੋਰਡੇਬਲ ਆ ਤੇ ਨਾਲ ਦੂਸਰੇ ਸਿੱਖਣ ਵਾਸਤੇ ਦੂਸਰੇ ਵੀ ਰੱਖ ਲੈਣ? ਤੇ ਕੀ ਕਹੋਗੇ? ਅੱਛਾ, ਮੈਂ ਇਹ ਸਮਝਦਾ ਇਸ ਬਾਰੇ ਦੇ ਵਿੱਚ ਕਿ ਜਦੋਂ ਨਵਾਂ ਬੰਦਾ ਰੱਖਦਾ ਨਾ ਬਰਡ, ਸਭ ਤੋਂ ਪਹਿਲੇ ਤੇ ਜਦੋਂ ਬੰਦਾ ਮੈਂ ਆਪਣੀ ਗੱਲ ਦੱਸਦਾ, ਜਦੋਂ ਮੈਂ ਬਰਡ ਲੈ ਕੇ ਆਇਆ ਨਾ ਤੇ ਮੈਂ ਕਿਸੇ ਨੂੰ ਦੱਸਣਾ ਕਿ ਯਾਰ ਮਹੱਲੇ 'ਚ ਜਾਂ ਕਿਸੇ ਦੋਸਤ ਨੇ ਜਾਂ ਭਾਈ ਨੇ ਪੁੱਛ ਲੈਣਾ, ਯਾਰ ਇਹ 30,000 ਦੀ ਜੋੜੀ ਆ, ਇਹ 50,000 ਦੀ ਜੋੜੀ ਆ। ਤੇ ਉਹ ਮੈਨੂੰ ਕਹਿੰਦੇ ਸੀ ਇਹ ਬੇਵਕੂਫ ਹੈਗਾ, ਤੋਤੇ ਏਡੇ ਏਡੇ ਮਹਿੰਗੇ, ਮਤਲਬ ਕਹਿੰਦੇ ਹਲੇ ਕਿ ਅੱਗੇ ਕੋਈ 30 ਲੱਖ ਦੀ ਵੀ ਜੋੜੀ ਆ, ਉਹ ਨਹੀਂ ਪਤਾ। ਤੇ ਇਹ 30,000 ਵਾਲਾ ਨੂੰ ਲੱਗਦਾ ਸੀ ਕਿ ਐਵੇਂ ਚੌਲੀਆਂ ਮਾਰਦਾ। ਠੀਕ ਹੈ, ਤੇ ਉਹ ਗੱਲਾਂ ਵੀ ਸੁਣਨੀਆਂ ਪੈਂਦੀਆਂ, ਲੇਕਿਨ ਬੰਦਾ ਆਪਣੀ ਨੀਅਤ ਕਰਕੇ ਲੱਗਾ ਰਹੇ ਤੇ ਉਹਦਾ ਸਿਲਾ ਅੱਲਾ ਪਾਕ ਦਿੰਦਾ। ਤੇ ਨਵੇਂ ਬੰਦਿਆਂ ਵਾਸਤੇ ਇਹ ਹੈਗਾ ਕਿ ਯਾਰ ਦੇਖੋ, ਹਰ ਕਿਸੇ ਦੀ ਆਪਣੀ ਜਿੰਨੀ ਜੇਬ ਇਜਾਜ਼ਤ ਦਿੰਦੀ ਉਹਨੂੰ ਉੱਥੋਂ ਸਟੈਂਡ ਲੈਣਾ। ਠੀਕ ਹੈ, ਫਿਰ ਲੋਕਾਂ ਦੇ ਦਿਲ 'ਚ ਡਰ ਵੀ ਹੁੰਦਾ ਕਿ ਯਾਰ ਤੋਤੇ ਲੈਣ ਲੱਗਾ ਤੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ। ਇਸ ਵਜ੍ਹਾ ਤੋਂ ਲੋਕ ਨਾ ਹਮੇਸ਼ਾ ਛੋਟੇ ਤੋਂ ਸਟਾਰਟ ਲੈਂਦੇ ਨੇ। ਲੇਕਿਨ ਮੈਂ ਕਹਿੰਦਾ ਕਿ ਕਮ ਤੋਂ ਕਮ ਬੰਦੇ ਨੂੰ ਅਲਬਾਈਨੋ ਤੋਂ ਸ਼ੁਰੂ ਕਰਨਾ ਚਾਹੀਦਾ, ਤਾਂ ਕਿ ਅਲਬਾਈਨੋ ਕਮਰਸ਼ੀਅਲ ਵਰਲਡ ਹੈਗਾ ਤੇ ਉਹ ਚੱਲੇ ਹੀ ਉੱਥੋਂ ਕਿ ਬੰਦੇ ਨੂੰ ਪਰੇਸ਼ਾਨੀ ਨਾ ਹੋਵੇ, ਮਾਰਕੀਟ ਦੇ ਨਾਲ ਵੀ ਰਵੇ, ਨਾਲ ਸਿੱਖਦਾ ਵੀ ਰਵੇ। ਬਿਲਕੁਲ। ਫਿਰ ਅਲਬਾਈਨੋ ਆ ਕਿ ਮਿਊਟੇਸ਼ਨ 'ਚ ਜਿਹੜਾ ਯੂਜ਼ ਹੁੰਦਾ ਬਰਡ ਤੇ ਜਾਂ ਬਿਲੂ ਫਿਸ਼ਰੀਆਂ ਨਾਲ ਲਗਾਏ, ਉਹ ਉਹਨਾਂ ਦਾ ਫਾਇਦਾ ਹੋਇਆ। ਬਾਕੀ ਲਾਈਫ ਸਟਾਕ ਦੇ ਵਿੱਚ ਰਿਸਕ ਤੇ ਫਿਰ ਲੈਣਾ ਪੈਂਦਾ। ਬਿਲਕੁਲ ਜੀ, ਉਹ ਤੇ ਫਿਰ ਜ਼ਿੰਦਗੀ ਦੇ ਨਾਲ ਵਾਧੇ ਘਾਟੇ ਨਾਲ ਹੀ ਆ ਜੀ। ਦੋਸਤੋ, ਤੁਹਾਨੂੰ ਕਲੋਨੀ ਦੀ ਤਰਫ ਚੱਲਦੇ ਆ, ਕਲੋਨੀ ਇਹਨਾਂ ਦੀ ਦਿਖਾਉਂਦੇ ਆ ਤੇ ਮਾਸ਼ਾਅੱਲਾ ਸ਼ੈੱਡ ਦੇਖਿਓ ਤੇ ਨਾਲ ਨਾਲ ਜੋ ਮਿਊਟੇਸ਼ਨਸ ਇਹਨਾਂ ਕੋਲ ਲੱਗੇ ਆ ਕੁਆਲਿਟੀ ਬਰਡਸ ਤੁਹਾਨੂੰ ਦਿਖਾਉਂਦੇ ਆ जी। दोस्तों, अपना तनवीर गिल साहब के शेड के ऊपर आ गए हैं, नीचे से ऊपर आ गए हैं, आपको विज़िट करवाते हैं। माशाल्लाह चेक करें जी, बड़ा खूबसूरत किस्म का इन्होंने शेड बनाया हुआ है। अंदर चलते हैं, आपको व्यू दिखाते हैं। आज जी दोस्तों, तनवीर साहब साढ़े नाल मौजूद आ ते इन्हां को थोड़ी जी इन्फॉर्मेशन लेने हैं, नाले तुहानूं बर्ड्स दिखाने हैं। मेरा कैमरामैन दिखा सके पेयरिंग वास्ते सीजन शुरू होने वाला वा नैक्सट मंथ। पेयरिंग वास्ते तुहानूं केज नज़र आ रहे हैं, लदा पेयर कर देंगे। ਤੇ ਹੁਣ ਜਿਹੜਾ ਵਾ ਤੁਹਾਨੂੰ ਇੱਧਰ ਦਿਖਾਉਂਦੇ ਆ ਥੋੜਾ ਜਿਹਾ ਇਹਨਾਂ ਦੇ ਬਰਡਸ ਦਿਖਾਉਂਦੇ ਆ। ਇਹ ਦਿਖਾਓ ਜਰਾ ਕਿੱਧਰ ਦੀ ਆ, ਇਹ ਖੋਲ ਦੇंगे। देखें जी, फ्री फ्लाइंग छोड़े हुए हैं अभी इन्होंने। तनवीर साहब थोड़ी म्यूटेशन के बारे में दस दे। म्यूटेशन सर जी ਇਹਦੇ ਵਿੱਚ ਕੋਈ ਫੋਸਟਰ ਪੇਅਰ ਨੇ, ਕੋਈ ਪਲਾਈਨ ਦੇ ਪੇਅਰ ਨੇ, ਅਲਬਾਈਨੋ ਦੇ ਨੇ, ਬਿਲੂ ਫਿਸ਼ਰੀ ਦੇ ਨੇ ਤੇ ਪਾਰਬਿਲੂ ਨੇ, ਯੂਵਿੰਗ ਪਾਰਬਿਲੂ ਨੇ, ਸਪਲਿਟ ਪੇਲ ਫੈਲੋ ਦੇ ਹੈਗੇ ਨੇ। ਇਸ ਤਰ੍ਹਾਂ ਕਰਕੇ म्यूटेशन ਨਹੀਂ। ਅੱਛਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਫੈਂਸੀਅਰ ਨੂੰ ਅਸੀਂ ਇਨਫੋਰਮੇਸ਼ਨ ਦਈਏ। ਇੱਕ ਪੇਅਰ ਵਾਸਤੇ ਕੇਜ ਕਿੰਨੇ ਸਾਈਜ਼ ਦਾ ਹੋਣਾ ਚਾਹੀਏ?
ਕੇਜ ਮਤਲਬ ਡੇਢ ਦੇ ਵਿੱਚ ਵੀ ਬਰੀਡ ਕਰ ਜਾਂਦੇ ਨੇ, ਲੇਕਿਨ ਇਹ ਹੈ ਕਿ ਹੁਣ ਕੇਜ ਥੋੜਾ ਖੁੱਲਾ ਬਣਾਓ, ਡੇਢ ਦਾ ਬਣਵਾ ਲਓ। ਯਾਨੀ ਕਿ ਬੜਾ ਹੋਵੇ ਤਾਂ ਉਹ ਅੱਛਾ ਹੁੰਦਾ ਥੋੜਾ। ਹਾਂਜੀ, ਇਹ ਹੁਣ ਫਲਾਈਟਾਂ ਨੇ ਨਾ, ਲੇਕਿਨ ਫਲਾਈਟਾਂ ਵੀ ਮੈਂ ਇਸ ਤਰ੍ਹਾਂ ਬਣਾਈਆਂ ਕਿ ਇਹਨਾਂ ਦੇ ਵਿੱਚ ਪਾਰਟੀਸ਼ਨ ਹੋ ਜਾਂਦੀ ਹੈ ਕਿ ਬਣ ਜਾਂਦੇ ਨੇ, ਫਿਰ ਕੇਜ ਵੀ ਬਣ ਜਾਣਗੇ ਤੇ ਫ੍ਰੀ ਫਲਾਈ ਵੀ ਕਰ ਸਕਦੇ। ਜ਼ਬਰਦਸਤ। ਕਿੰਨੇ ਕੁ ਬੜੇ ਇਸ ਟਾਈਮ ਤੁਹਾਡੇ ਕੋਲ ਕਿੰਨੇ ਪੇਅਰ ਇਸ ਟਾਈਮ ਫੋਸਟਰ ਦੇ ਕੱਢ ਕੇ ਤੇ ਦੂਸਰੇ ਜਿਹੜੇ ਤੁਹਾਡੇ ਕੋਲ ਕਮਰਸ਼ੀਅਲ ਦੇ ਵਿੱਚ ਆ? ਕਮਰਸ਼ੀਅਲ ਜਿਹੜੇ ਬਰਡ ਨੇ ਮੇਰੇ ਕੋਲ ਮੋਟੇਸ਼ਨ ਦੇ ਵਿੱਚ ਉਹ ਅਲਹਮਦੁਲਿਲਾ ਤਕਰੀਬਨ ਕੋਈ 40 ਕੁ ਪੇਅਰ ਹੋਣੇ ਨੇ। 40 ਪੇਅਰ ਹੋਣੇ ਫੋਸਟਰ ਕੱਢ ਕੇ? ਹਾਂਜੀ, ਫੋਸਟਰ ਕੱਢ ਕੇ। ਜ਼ਬਰਦਸਤ। ਇਹ ਨੀਚੇ ਵਾਲੀ ਵੀ ਇਹੀ ਮੋਟੇਸ਼ਨ ਲੱਗੀ ਹੋਈ? ਹਾਂ, ਨੀਚੇ ਵੀ ਤਕਰੀਬਨ ਸੇਮ ਚੀਜ਼ ਹੀ ਹੈਗੀ ਹੈ। ਇਹ ਕੁਝ 4 ਕੁ ਪੇਅਰ ਮੈਂ ਲਾਏ ਨੇ, ਮੈਂ ਕਿਹਾ ਚਲੋ ਇਹ ਉਨੀ ਦਿਨ ਤੱਕ। ਇਹ ਕਿਹੜੀ ਲਾਈ ਜੀ? ਇਹ ਇੱਕ ਇਧਰ ਲਾਉ ਮੈਂ। ਇਹ ਪੇਅਰ ਹੈਗਾ ਜੀ ਪੇਲ ਫੈਲੋ ਸਪਲਿਟ ਪਾਰਬਿਲੂ ਹੈ, ਮੇਲ ਹੈ ਤੇ ਫੀਮੇਲ ਜਿਹੜੀ ਹੈ ਪਾਰਬਿਲੂ ਸਪਲਿਟ ਪੇਲ ਫੈਲੋ। ਤਨਵੀਰ ਸਾਹਿਬ ਕੀ ਰਿਜ਼ਲਟ ਆਏਗਾ ਇਹਨਾਂ ਦੇ ਵਿੱਚੋਂ ਭਾਵੇਂ ਵਿਜੂਅਲ ਆਣਗੇ, ਆਪਣਾ ਪੇਲ ਫੈਲੋ ਬਿਲੂ ਪੇਲ ਫੈਲੋ ਵੀ ਆਣਗੇ ਤੇ ਪਾਰਬਿਲੂ ਵੀ ਆਣਗੇ। ਜ਼ਬਰਦਸਤ। ਅਗਲਾ ਦਿਖਾਓ, ਪੇਲ ਫੈਲੋ ਵੀ ਆਣਗੇ। ਇੱਧਰਲਾ ਦਿਖਾਓ ਦੋਸਤੋ। ਬੜਾ ਖੁਸ਼ਾਦਾ ਕੇਜ ਇਹਨਾਂ ਨੇ ਬਣਾਏ, ਬੜੇ ਖੂਬਸੂਰਤ ਕਿਸਮ ਦੇ। ਇਹ ਦੱਸੋ ਜੀ। ਇਹ ਭਾਵੇਂ ਜਿਹੜਾ ਮੇਲ ਹੈਗਾ ਪਾਰਬਿਲੂ ਸਪਲਿਟ ਓਪਲਾਈਨ ਹੈ ਤੇ ਫੀਮੇਲ ਜਿਹੜੀ ਹੈ ਉਹ ਡੀ ਗ੍ਰੀਨ ਸਪਲਿਟ ਪਾਰਬਿਲੂ ਦੀ ਹੈਗੀ। ਰਿਜ਼ਲਟ ਕੀ ਆਊਟਪੁੱਟ ਕੀ ਆਏਗੀ ਇਹਨਾਂ ਦੇ ਵਿੱਚੋਂ ਭਾਵੇਂ ਪਾਰਬਿਲੂ ਓਪਲਾਈਨ ਵੀ ਆਣਗੇ ਤੇ ਬਲੂ ਓਪਲਾਈਨ ਵੀ ਆਣਗੇ ਤੇ ਗ੍ਰੀਨ ਵੀ ਆ ਜਾਣਗੇ। ज़बरदस्त। अगला दिखाओ दोस्तों। देखें जी नाजरीन, नेक्स्ट आपको दिखाते हैं तनवीर साहब का। ਇਹ ਸੇਮ ਉਹੀ ਪੇਅਰ ਹੈਗਾ ਜਿਹੜਾ ਪਿੱਛੇ ਪਾਰਬਿਲੂ ਨਾਲ ਲੱਗਾ ਸੀ, ਇਹਦੇ ਵਿੱਚ ਮੇਲ ਜਿਹੜਾ ਵਾਇਲਟ ਹੈਗਾ। एक एज इन्हों की हो गई है? ਇਹ ਜੇ ਬਰੀਡ ਦੇ ਹੈਗੇ ਨੇ, ਮਤਲਬ 10 ਕੁ ਮੰਥ ਹੈਗੇ ਇਹਨਾਂ ਦੇ। 10 मंथ रेडी टू ब्रीड यानी कि न्यू है। ज़बरदस्त। तेरे को पुराने पेयर भी होंगे? ਹਾਂਜੀ, ਇਹ ਬਰੀਡ ਵੀ ਜ਼ਿਆਦਾਤਰ ਆਪਣੇ ਘਰ ਦੀ ਹੈਗੀ। अच्छा घर जी। ए वाला ਇਹ ਜਿਹੜਾ ਜੀ ਮੇਲ ਹੈਗਾ ਇਹ ਬਿਲੂ ਫਿਸ਼ਰ ਸਪਲਿਟ ਓਪਲਾਈਨ ਤੋਂ ਸਪਲਿਟ ਪੇਲ ਫੈਲੋ ਹੈਗਾ, ਤੇ ਜਿਹੜੀ ਫੀਮੇਲ ਹੈ ਉਹ ਗ੍ਰੀਨ ਪੇਲ ਫੈਲੋ ਗ੍ਰੀਨ ਓਪਲਾਈਨ ਸਪਲਿਟ ਫੈਲੋ ਹੈਗੀ। की रिजल्ट मारेंगे ਇਹਨਾਂ ਚੋਂ ਓਪਲਾਈਨ ਪੇਲ ਫੈਲੋ ਆਣਗੇ। ये डीएनए ज़्यादा करवाते हो कि वैसे जोड़ तो पता लगे? ਡੀਐਨਏ ਵੀ ਕਰਵਾਈ ਦੇ, ਲੇਕਿਨ ਜੋੜ ਤੋਂ ਵੀ ਪਤਾ ਚੱਲ ਜਾਂਦਾ। ਜਿਹੜਾ ਕੋਈ ਡੀਐਨਏ ਵਾਲਾ ਕਰਾਣਾ ਪਤਾ ਗਿਆ ਹਾਈ ਮੋਟੇਸ਼ਨ ਉਹਦਾ ਡੀਐਨਏ ਕਰਵਾ ਲਈਦਾ, ਤੇ ਦੂਸਰਾ ਵੈਸੇ ਵੀ ਕਰਾ ਲਈਦਾ। ਜ਼ਬਰਦਸਤ। ਥੱਲੇ ਵਾਲੇ ਵੀ ਦਿਖਾ ਦਿਓ ਦੋਸਤਾਂ ਨੂੰ। ਦੋਸਤੋ ਵੀਡੀਓ ਦੇਖਣ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਇਹ ਫ੍ਰੀ ਫਲਾਈਂਗ ਛੋੜੇ ਹੋਏ ਇਹ ਚੈੱਕ ਕਰੋ ਜੀ। ਵਿੱਚ ਫੋਸਟਰ ਨੇ ਕੁਝ ਦੂਸਰੇ ਨੇ। ਅੱਛਾ, ਇਹਦੇ ਵਿੱਚ ਅਕਸਰ ਅਸੀਂ ਵਿਜ਼ਿਟ ਕੀਤੇ ਨੇ ਫਾਰਮ ਫੈਂਸੇ ਦੀ ਕੋਈ ਆਪਣੀ ਚੁਆਇਸ ਵੀ ਹੁੰਦੀ ਹੈ, ਯਾਨੀ ਕਿ ਕੁਝ ਕਲਰਸ ਵਾਈਜ਼ ਉਹ ਪਸੰਦ ਕਰਦੇ ਨੇ ਖੁਦ ਵੀ ਫੈਂਸੇ। ਤੁਹਾਨੂੰ ਕਿਹੜਾ ਤੁਹਾਨੂੰ ਬਰੀਡ ਅੱਛੀ ਲੱਗਦੀ ਨੇ, ਕਿਹੜਾ ਕਲਰ ਅੱਛਾ ਲੱਗਦਾ ਜਿਹਦੇ ਤੁਸੀਂ ਜ਼ਿਆਦਾ ਕੰਮ ਕਰ ਰਹੇ? ਵਾਇਲਟ ਕਲਰ ਅੱਛਾ ਲੱਗਦਾ ਹੈ। ਅੱਛਾ, ਉਹਦੇ ਉੱਤੇ ਜ਼ਿਆਦਾ ਕਰ ਰਹੇ? ਉਹ ਬੜਾ ਹੀ ਖੂਬਸੂਰਤ ਹੋ ਜਾਂਦਾ। ਅੱਛਾ, ਜ਼ਬਰਦਸਤ। ਕੀ ਕਹਿਣਾ ਚਾਹੋਗੇ ਨਵੇਂ ਬੰਦਿਆਂ ਨੂੰ? ਕੀ ਤੁਹਾਡਾ ਮਸ਼ਵਰਾ ਵਾ? ਕੀ ਪੁਰਾਣਿਆਂ ਬੰਦਿਆਂ ਨੂੰ ਮਸ਼ਵਰਾ ਵਾ? ਕਿਸ ਤਰ੍ਹਾਂ ਦਾ ਕੰਮ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਵਾ? ਉਹ ਖੈਰ ਪੁਰਾਣਿਆਂ ਬੰਦਿਆਂ ਕੋਲ ਤੇ ਭਾਈ ਯਾਰ ਅਸੀਂ ਖੁਦ ਮਸ਼ਵਰਾ ਲਈਦਾ। ਨਵਿਆਂ ਭਰਾਵਾਂ ਨੂੰ ਇਹ ਹੈਗਾ ਕਿ ਜਿਸ ਤਰ੍ਹਾਂ ਅਸੀਂ ਇਹ ਲਾਏ ਹੋਏ 5 ਪੇਰਾਂ ਤੋਂ ਚੱਲੇ ਸੀ, ਅੱਜ ਅਲਹਮਦੁਲਿਲਾ ਕਾਫੀ ਬਰੀਡ ਹੈਗੀ ਆਪਣੇ ਕੋਲ, ਜਿਹੜੀ ਕਿ ਸੇਲ ਵੀ ਕਾਫੀ ਜ਼ਿਆਦਾ ਕੀਤੀ ਹੈ ਤੇ ਪਈ ਵੀ ਹੈਗੀ ਹੈ। ਕੁਝ ਬਰੀਡ ਤੇ ਲਾਵਾਂਗੇ ਤੇ ਕੁਝ ਸੇਲ ਕਰ ਦਾਂਗੇ। ਸਹੀ। ਮੇਰਾ ਇਹ ਵਾਕਈ ਤਜਰਬਾ ਹੈਗਾ ਕਿ ਹਰ ਬੰਦੇ ਨੂੰ ਇਸ ਕੰਮ 'ਚ ਆਉਣਾ ਚਾਹੀਦਾ ਤੇ ਉਹ ਤੋਂ ਫਾਇਦਾ ਲਵੇ। ज़बरदस्त। पार्ट टाइम दोस्तों बिजनेस है, लेकिन फुल टाइम से ज़्यादा आपको पैसे दे सकता है। इसी दुआ के साथ वीडियो एंड करते हैं कि अल्लाह पाक हम सबको हर बीमारी से महफूज रखे और मेहनत का फल कभी अल्लाह पाक डराएगा नहीं, जाने देता। इंशाल्लाह मेहनत करें, इसको समझे, काम को समझे। थोड़ा सा टाइम लगेगा। अगर आप यही सोचते रहेंगे कि यार कब शुरू करेंगे, आज करते हैं कल करते हैं, तो टाइम ज़ाया होगा। आज से ही आपने शुरू कर दें। हल्के पेयर से शुरू कर लें, हल्के ब्रीडर पेयर से शुरू कर लें। एक से तनवीर साहब हैं, काफ़ी अच्छे, हमने विज़िट किए हैं फार्म, उनसे रब्ता करें, सेटअप विज़िट करें। अगर आप फैसलाबाद करें सेटअप विज़िट कर लें, इनसे मशवरे लें, इनसे कुछ जो इनके पास हल्की वैरायटी है वो ले लें। सारा कुछ हो सकता है, पॉसिबिलिटी है हर काम के अंदर, बशर्त ये है कि आपने पुख्ता इरादे के साथ काम शुरू करना है। इसी दुआ के साथ वीडियो एंड करते हैं कि अल्लाह पाक हम सबको हर बीमारी से महफूज रखे। मिलते हैं नेक्स्ट वीडियो में अच्छे ब्रीडर के साथ, अच्छे फैंसर के साथ। अल्लाह ने के बाद।